कहाँ के रहने वाले हैं आप? लुधियाना से। उम्र कितनी है आपकी इस वक्त? 24। 24 साल। हाँ जी। 16 साल पहले आपके और आपके परिवार के ऊपर जादू टोना हुआ था। हाँ जी। आप बताएं कैसे ये हुआ था जादू टोना और इसका असर क्या हुआ फिर? हाँ जी ब्रदर, ਜਦੋਂ ਮੈਂ 8 ਸਾਲ ਦੀ ਸੀਗੀ ਉਦੋਂ ਕਿਸੇ ਬ੍ਰਦਰ ਨੇ ਨਾ ਮੈਨੂੰ ਕੁਝ ਖਾਣ ਵਾਲੀ ਚੀਜ਼ 'ਚ ਜਾਦੂ ਟੂਣਾ ਕਰਕੇ ਖਿਲਾਤਾ ਸੀ। ਉਸ ਤੋਂ ਬਾਅਦ ਜਦੋਂ ਕੀ ਕਹਿੰਦੇ ਉਹਨਾਂ ਨੇ ਖਿਲਾਤਾ ਤਾਂ ਮੇਰੀ ਜ਼ਿੰਦਗੀ 'ਚ ਇੱਕਦਮ ਚੇਂਜਿੰਗ ਆਈ ਕਿ ਹੈ ਨਾ ਮੈਂ ਬਹੁਤ ਜ਼ਿਆਦਾ ਡਿਪਰੈਸਡ ਰਹਿਣ ਲੱਗੀ, ਖੇਲ ਆਉਣ ਲੱਗੀ, ਦੁਸ਼ਟ ਆਤਮਾ ਦੇ ਅਟੈਕ ਵਧਣ ਲੱਗੇ ਤੇ ਜਿਹਦੇ ਕਰਕੇ ਕਿ ਸਾਡੇ ਘਰ 'ਚ ਕਲੇਸ਼ ਰਹਿੰਦਾ ਸੀ ਤੇ ਮੈਂ ਬਿਲਕੁਲ ਵੀ ਮਤਲਬ ਕਿ ਚੈਨ 'ਚ ਨਹੀਂ ਰਹਿੰਦੀ ਸੀਗੀ। ਮਨ 'ਚ ਅਟੈਕ ਹੁੰਦੇ ਸੀਗੇ ਕਿ ਤੂੰ ਮਰ ਜਾਣਾ ਵਾ, ਤੂੰ ਜਿੰਦਾ ਨਹੀਂ ਰਹਿਣਾਗਾ, ਮੁਰਦਾ ਲੋਕ ਦਿਖਾਈ ਦਿੰਦੇ ਸੀਗੇ ਤੇ ਜਿਹਦੇ ਕਰਕੇ ਮੇਰੀ ਸਟੱਡੀ ਤੇ ਵੀ ਇਫੈਕਟ ਪੈਣ ਲੱਗ ਗਿਆ ਸੀਗਾ ਤੇ ਮੈਂ ਆਪਣੀ ਸਟੱਡੀ ਤੇ ਵੀ ਫੋਕਸ ਨਹੀਂ ਕਰ ਪਾਉਂਦੀ ਸੀਗੀ। ਤੇ ਜਦੋਂ ਮੈਂ ਕਲਾਸ 'ਚ ਬੈਠਦੀ ਹੁੰਦੀ ਸੀਗੀ ਕਾਲਜ ਟਾਈਮ ਤੇ ਸਕੂਲ ਟਾਈਮ ਤਾਂ ਕੀ ਹੁੰਦਾ ਸੀ ਮੇਰਾ ਬੋਡੀ ਪੂਰੀ ਭਾਰੀ ਰਹਿੰਦੀ ਸੀ। ਇਦਾਂ ਲੱਗਦਾ ਸੀ ਕਿ ਕਿਤੇ ਖੇਲ ਆ ਜਾਊਗੀ ਵੀ ਕਿਤੇ ਇੱਥੇ ਮੇਰੀ ਬੇਇੱਜ਼ਤੀ ਨਾ ਹੋ ਜਾਏ। ਜਦੋਂ ਮੈਨੂੰ ਖੇਲ ਆ ਗਈ ਤਾਂ ਸਾਰੇ ਮੇਰਾ मजाक उड़ाएंगे। आपकी हालत जो थी वो पागलों के जैसे हो चुकी थी। हाँ जी। घर से भाग जाते थे। हाँ जी, ऐसी कमरे हालतें- से बाहर भाग जाती थी जब मुझे ड्रीम आता था, जब मुझे कुछ दबाता था। और खुली आंखों से दुष्ट आत्माएं काले कपड़ों में आपको नजर आती थी। हाँ जी। आपके मन में क्या आता था उस समय? मरने के ख्यालात चलते थे, क्या था उस समय? ਉਸ ਸਮੇਂ ਬ੍ਰਦਰ ਮੇਰੇ ਮਨ ਵਿੱਚ ਖਿਆਲ ਹੁੰਦੇ ਸੀ ਕਿ ਮੈਨੂੰ ਇਹ ਲੱਗਦਾ ਸੀ ਕਿ ਮੈਂ ਮਰ ਜਾਊਂਗੀ ਤੇ ਦੁਸ਼ਟ ਆਤਮਾ ਮੇਰੇ ਨਾਲ ਗੱਲ ਕਰਦਾ ਸੀ ਕਿ ਤੂੰ ਮਰ ਜਾਣਾ ਵਾ, ਤੂੰ ਜਿੰਦਾ ਨਹੀਂ ਰਹਿਣਾਗਾ, ਤੇਰੇ मतलब कि तेरे घर ਦੇ ਵਿੱਚ ਵੀ तेरे मेंबर ਦੀ डेथ हो जाएगी। और जैसे मिर्गी वाले पेशेंट्स की हालत होती है, जब पागल लोगों की हालत होती है, वैसी आपकी कंडीशन हो जाती थी। आपके हाथ पैर मुड़ जाते थे, मुंह से झाग निकलने लगती, ऐसे ही आपकी कंडीशन हो चुकी थी। अपने ही बालों को नोचना, अपने आप को मारना पीटना, सुध-बुध नहीं रहती थी। आधा घंटा एक घंटा ऐसी ही हालत आपकी रहती थी। तो आपकी फैमिली आपके साथ थी उस समय, वो क्या बोलते थे फिर देख के? मेरी फैमिली ब्रदर मेरे करके मेरे मम्मा, मेरे दादी माँ, मेरे ਜਦੋਂ ਡੈਡੀ ਹੁੰਦੇ ਸੀ, ਦਾਦਾ ਜੀ ਹੁੰਦੇ ਸੀ, ਉਦੋਂ ਉਹ ਵੀ ਸਭ ਰੋਂਦੇ ਹੁੰਦੇ ਸੀ ਕਿ ਇਹ ਸਭ ਕੀ ਹੋ ਗਿਆ, ਕਿ ਹਜੇ ਇਹ ਛੋਟੀ ਆ, ਕਿ ਇਹਦੇ ਨਾਲ ਇੰਨਾ ਕੁਝ ਕਿੱਦਾਂ ਹੋ ਗਿਆ। ਕਿ ਕਿਉਂਕਿ ਜਦੋਂ ਮੈਨੂੰ ਫਸਟ ਟਾਈਮ ਐਸੇ ਪੂਰੇ 3 ਦਿਨ ਤੱਕ ਮੈਂ ਖੇਲਦੀ ਰਹੀ ਸੀਗੀ ਤੇ ਮਤਲਬ ਕਿ ਉਸ ਟਾਈਮ ਮੈਨੂੰ ਇਹ ਸੀਗਾ ਕਿ ਨਾ ਸਾਰੇ ਬੱਚੇ ਇੰਨਾ ਵਧੀਆ ਰਹਿੰਦੇ ਨੇ ਕਿ मैं क्यों नहीं आजादी में रह पा रही। और आप डिप्रेशन में जा चुके थे। हाँ जी। तो डॉक्टर के पास गए होंगे इसका? हाँ जी। क्या बोला डॉक्टर ने फिर? ਡਾਕਟਰ ਕਹਿੰਦੇ ਕਿ ਕੁਝ ਨਹੀਂਗਾ। ਉਹਨਾਂ ਨੇ ਫਿਰ ਮੈਨੂੰ ਨੀਂਦ ਦੀ ਮੈਡੀਸਨ ਦੇਤੀ। ਜਦੋਂ ਮੈਨੂੰ ਉਹਨਾਂ ਨੇ ਨੀਂਦ ਦੀ ਮੈਡੀਸਨ ਦੇਤੀ ਤਾਂ ਮੈਨੂੰ ਸਾਰੀ ਰਾਤ, ਜਦੋਂ ਮੈਂ ਨੀਂਦ ਦੀ ਮੈਡੀਸਨ ਲੈ ਲੈਂਦੀ ਸੀ ਤਾਂ ਮੈਨੂੰ ਸਾਰੀ ਰਾਤ ਨੀਂਦ ਫੇਰ ਵੀ ਨਹੀਂ ਆਉਂਦੀ ਸੀਗੀ। ਫਿਰ ਮੈਨੂੰ ਜੇ ਨੀਂਦ ਆਉਂਦੀ ਸੀ ਤਾਂ ਸਵੇਰ 4 बजे भी सिर्फ 2 घंटे या 3 घंटे फिर वही हाल वही। क्योंकि आपको आपके परिवार को ये नहीं मालूम था कि ये चीजें जादू टोने की वजह से है। हाँ जी। तो वो इसी भूल में रहे और आपको 4 से 5 अलग अलग डॉक्टर्स के पास हाँ जी। हॉस्पिटल में भी लेके गए। हाँ जी। MRI हुई, स्कैनिंग हुई, हाँ उसमें जी। कुछ नहीं आता था नहीं। क्योंकि ये सब कुछ एक अटैक के कारण आपकी जिंदगी में था। हाँ जी। आपके रिलेटिव्स जो आपके करीबी लोग थे वो भी आपका मजाक बनाते थे हाँ जी। कि ये पागल हो चुकी है। हाँ जी। और जब ऐसी बातें सुनने को मिलती थी फिर क्या सोचते थे मन में, क्या ख्याल चलते थे? ਫਿਰ ਬ੍ਰਦਰ ਮੈਂ ਇਹ ਸੋਚਦੀ ਸੀ ਕਿ ਸਭ ਬੱਚੇ ਖੁਸ਼ ਰਹਿੰਦੇ ਨੇ ਬਟ ਮੈਂ ਕਿਉਂ ਨਹੀਂ। ਫਿਰ ਮੈਂ ਬ੍ਰਦਰ ਇਹ ਸੋਚਦੀ ਸੀ ਕਿ ਸ਼ਾਇਦ ਵੀ ਇਸ ਤੋਂ ਵਧੀਆ ਕਿ ਮੈਂ ਮਰ ਜਾਵਾਂ, ਕਿਉਂਕਿ ਮੇਰੀ ਜ਼ਿੰਦਗੀ 'ਚ ਨਾ ਤਾਂ ਕੋਈ ਪੀਸ ਸੀ, ਨਾ ਕੋਈ ਸ਼ਾਂਤੀ, ਕੋਈ ਚੈਨ ਨਹੀਂ ਸੀਗਾ। ਹਰ ਪਾਸੇ ਦੁੱਖ ਰਹਿੰਦਾ ਸੀ। ਕਦੇ ਬਿਮਾਰ ਹੋ ਜਾਂਦੀ ਸੀਗੀ, ਰਾਤ ਨੂੰ ਮੇਰੀ ਫੈਮਿਲੀ ਪਰੇਸ਼ਾਨ ਹੁੰਦੀ ਸੀ। ਉਹ ਫਿਰ ਰਾਤ ਨੂੰ 12-12 11 ਵਜੇ ਤੱਕ ਮੈਨੂੰ ਹਸਪੀਟਲ ਲੈ ਕੇ ਜਾਂਦੇ ਸੀਗੇ। फिर कैसे परमेश्वर ने आपकी जिंदगी में काम किया? कैसे आपको इन चीजों से डिलीवरेंस मिली? ਬ੍ਰਦਰ ਫਿਰ ਮੇਰੇ ਕਜ਼ਨ ਬ੍ਰਦਰ ਨੇ, ਉਹਨਾਂ ਨੇ ਸਾਨੂੰ ਚਰਚ ਬਾਰੇ ਦੱਸਿਆ, ਅਪੋਸਟਲ ਅੰਕੁਰ ਜੀ ਮਿਨਿਸਟਰੀ ਬਾਰੇ ਦੱਸਿਆ। ਇਹਨਾਂ ਬਾਰੇ ਮੈਂ ਸੁਣਿਆ। ਜਦੋਂ ਮੈਂ ਫਸਟ ਟਾਈਮ ਚਰਚ ਦੇ ਵਿੱਚ ਮੈਂ ਮੇਰੇ ਦਾਦੀ ਮਾਂ ਆਏ ਸੀ, ਅਸੀਂ ਐਮਰਜੈਂਸੀ ਸੈਕਸ਼ਨ 'ਚ ਬੈਠੇ ਸੀਗੇ ਤਾਂ ਉੱਥੇ ਜਦੋਂ ਬੈਠੇ ਸੀ ਸਾਨੂੰ ਜਦੋਂ ਖੁਦਾ ਨੇ ਦਾਸ ਪ੍ਰੀਚਿੰਗ ਕਰ ਰਹੇ ਸੀ ਅਸੀਂ ਆਟੋਮੈਟਿਕਲੀ ਰੋ ਰਹੇ ਸੀਗੇ। ਸਾਨੂੰ ਇਹ ਨਹੀਂ ਪਤਾ ਚੱਲਦਾ ਸੀ ਕਿ ਅਸੀਂ ਰੋ ਕਿਉਂ ਰਹੇ ਆ। ਅਸੀਂ ਜਾਂਦੇ ਸਾਰੀ ਘਰ ਡਿਸੀਜਨ ਲਿੱਤਾ ਕਿ ਸਾਡੀ ਜ਼ਿੰਦਗੀ, ਸਾਡਾ ਜੋ ਕੁਝ ਵੀ ਉਹ ਪ੍ਰਭੂ ਯਿਸੂ ਮਸੀਹ, ਹੁਣ ਸਾਡਾ ਕੋਈ ਨਹੀਂਗਾ। ਅਸੀਂ ਉਸ ਤੋਂ ਬਾਅਦ ਰੈਗੂਲਰ ਚਰਚ ਆਉਣ ਲੱਗੇ। ਅਸੀਂ ਜਦੋਂ ਰੈਗੂਲਰ ਚਰਚ ਆਉਣ ਲੱਗੇ ਤਾਂ ਸਾਡੀ ਜ਼ਿੰਦਗੀ 'ਚ ਪੀਸ ਆਇਆ, ਸ਼ਾਂਤੀ ਆਇਆ। ਮੈਂ ਜਿਹੜੀ ਸ਼ਰਮਿੰਦਗੀ 'ਚ ਸੀ, ਖੁਦਾ ਨੇ ਮੈਨੂੰ ਉਸ ਸ਼ਰਮਿੰਦਗੀ ਤੋਂ ਆਜ਼ਾਦ ਕੀਤਾ। थैंक्स करें परमेश्वर का तालियों के साथ। और 7 सितंबर 2023 को व्हाइट कार्ड बनवाकर इन्होंने लेहन प्रेयर कराई थी। इनके ऊपर लेहन प्रेयर हुई थी। उस प्रेयर को भी हम अपनी स्क्रीन पे देखते हैं एक बार। शिफाए तू है शाफी, शिफाए
सुनो, तुम्हारे यहाँ इफेक्ट हो चुका है बहुत, मेंटल बहुत ज्यादा, तुम जी नहीं पा रही हो। ओके, लाइफ बोझ लगने लगी है तुमको, लाइफ का कोई एंजॉय नहीं कर रही हो तुम, फोकसलेस हो गई हो टोटल। टीवी देखती हो, टीवी देखती नहीं हो, कुछ और ही कर दिमाग में चलता है, कुछ भी करती हो तुम लेकिन वहां फोकस नहीं हो तुम्हारा। ओके, ये नाक की हड्डी टेढ़ी टूढ़ी लिखा है तुमने प्रेयर में, लेकिन ये है नहीं ये चीज। ओके, ये डेविल है जो तुम्हारे पीछे। ओके, ये क्या है? ऑयल लेके आइए साथ, इन द नेम ऑफ जीसस। अरे तुम्हारे शैतानी दिन फिनिश हो चुके हैं आज से, छोड़ दो। दुष्ट आत्मा को मैं यीशु मसीह के नाम में श्रापित करता हूं। मैं मार दूंगी इसके परिवार को, मार दूंगी इसके भाई को भी, इसके पापा, इसके दादी को, इसके पापा को मैंने मारा। जाओ जाओ, क्या बोल रही? दूर हो जाओ तुम मुझसे, दूर आ जाओ। I hate you. मैं जाऊं? मैं क्यों जाऊं? तू जा। इन जीसस नेम। अपनी ऑयल की बोतल लेके आए हो ना, खुदाबंद उसे मसा कर रहा है। इन जीसस नेम, इन द नेम ऑफ जीसस, आउट। और तुम फ्री हो डिप्रेशन से, नाक की हड्डी टेढ़ी से, डेथ स्पिरिट से। इन द नेम ऑफ जीसस तुम फ्री। Thank you, Jesus. Hallelujah. Thank you, Lord. अब आप बताएं कि जब ले हैंड प्रेयर हो रही थी और अनॉइंटिंग ऑयल परमेश्वर के दास ने आपके सिर के ऊपर डाला, उस समय क्या हो रहा था बॉडी में आपके? ਬ੍ਰਦਰ ਉਸ ਟਾਈਮ ਇਦਾਂ ਹੋ ਰਿਹਾ ਸੀ, ਮਤਲਬ ਕਿ ਜਦੋਂ ਪਾਪਾ ਪੁਲਪਟ ਤੋਂ ਆ ਹੀ ਰਹੇ ਸੀ ਤਾਂ ਮੇਰੀ ਬੋਡੀ ਦੇ ਵਿੱਚ ਇੰਨਾ ਕਰੰਟ ਫੀਲ ਹੋ ਰਿਹਾ ਸੀ ਕਿ ਮੇਰੇ ਤੋਂ ਖੜਿਆ ਨਹੀਂ ਜਾ ਰਿਹਾ ਸੀਗਾ। ਜਦੋਂ ਪਾਪਾ ਜੀ ਮੇਰੇ ਕੋਲੇ, ਉਹਨਾਂ ਨੇ ਮੇਰੇ ਤੇ ਲੇ ਹੈਂਡ ਕੀਤਾ, ਮੇਰਾ ਹੱਥ ਫੜਿਆ ਤਾਂ ਮੇਰੀ ਬੋਡੀ 'ਚ ਇੱਕਦਮ ਕਰੰਟ ਨਿਕਲਿਆ ਤੇ ਇੱਕਦਮ ਮੇਰੀ ਬੋਡੀ ਠੰਡਕ ਫੀਲ ਹੋ ਗਿਆ। ਮੇਰੀ ਬੋਡੀ 'ਚ ਮੈਨੂੰ ਇਦਾਂ ਲੱਗਾ ਕਿ ਕੋਈ ਮੈਨੂੰ ਛੱਡ ਕੇ ਗਿਆ ਹੈ। ਉਸ ਤੋਂ ਬਾਅਦ ਮੈਂ ਬਿਲਕੁਲ ਫ੍ਰੀ ਆ, ਕੋਈ ਮੈਂ ਮੈਡੀਸਨ ਨਹੀਂ ਲੈ ਰਹੀ, ਬਿਲकुल ਮਤਲਬ ਕਿ ਵਧੀਆ ਸੋ ਰਹੀ ਆ, ਵਧੀਆ ਉੱਠ ਰਹੀ ਆ, ਮੈਂ ਬਿਲकुल फ्री है, कोई खेल नहीं होती, कोई बीमार नहीं मैं रहती हूं। और आप जब ले हैंड प्रेयर करवाने के लिए आए थे तो आपने उस पेपर पर लिखा था कि आपके नाक की हड्डी में कोई प्रॉब्लम है। हाँ जी। लेकिन जब ले हैंड प्रेयर हुई तो परमेश्वर ने उस शराब को भी तोड़ा, जादू हाँ जी। टोने को, दुष्ट आत्मा से आजाद किया, हाँ पागलपन जी। से आजाद किया, हाँ जी। नाक की हड्डी के रोग से आजाद किया। हाँ जी। अभी कितने महीने हो चुके बिल्कुल फ्री हैं? ब्रदर मैं और 7 महीना तो बिल्कुल ठीक हाँ। तारीफ करें परमेश्वर की इस बड़ी डिलीवरेंस के लिए, इस हीलिंग के लिए। थैंक यू जीसस। बोले नीचे ऊंची आवाज में, और उस शिविर खुदा के नाम को महिमा दे, इस गवाही के लिए, इस डिलीवरेंस के लिए सब शिविर खुदा